असलामुअलैकुम जी नाजरीन। 10 मई ਨੂੰ ਇੱਕ ਆਦਮੀ ਆਪਣੇ ਸਹੁਰਿਆਂ ਦੇ ਘਰ ਜਾਂਦਾ, ਜਾ ਕੇ ਤੇ ਆਪਣੀ ਬੀਵੀ ਨੂੰ, ਆਪਣੇ ਸਾਲੇ ਨੂੰ ਤੇ ਆਪਣੀ ਸੱਸ ਨੂੰ ਮੁਬੱਯਨਾ ਤੌਰ ਤੇ ਫਾਇਰ ਮਾਰ ਕੇ ਕਤਲ ਕਰ ਦਿੰਦਾ। ਉਹਦੀ ਮੁਕੰਮਲ ਤਫਸੀਲਾਤ ਕਿ ਚਲੋ ਬੀਵੀ ਦੇ ਨਾਲ ਤਾਂ ਝਗੜਾ ਹੋਏਗਾ, ਲੇਕਿਨ ਸੱਸ ਨੂੰ ਔਰ ਸਾਲੇ ਨੂੰ ਜਿਹੜਾ ਸ਼ਾਦੀशुदा ਆ ਤੇ ਅੱਗੋਂ ਉਹਦੇ ਵੀ 2 ਬੱਚੇ ਆ, ਉਹਨੂੰ ਕਿਉਂ ਮਾਰਿਆ, ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਹ ਵਾਕਿਆ ਜਿਹੜਾ 10 ਮਈ ਨੂੰ ਪੇਸ਼ ਆਇਆ, ਸਿਆਲਕੋਟ ਦਾ ਇਲਾਕਾ ਪਸਰੂਰ, ਉੱਥੇ ਡੋਗਰੀ ਹਰੀਆਂ ਇਲਾਕਾ ਆ, ਉੱਥੇ ਦਾ ਇਹ ਵਾਕਿਆ ਆ। ਉੱਥੇ ਇੱਕ ਫੈਮਿਲੀ ਰਹਿੰਦੀ ਆ, ਉਸ ਫੈਮਿਲੀ ਦੇ ਸਰਬਰਾਹ ਦਾ ਨਾਮ ਆ ਮੁਸ਼ਤਾਕ ਦੀ बीवी का नाम है फहमीदा। मुश्ताक और फहमीदा ਨੂੰ अल्लाह ताला ने 3 ਬੱਚੇ ਦਿੱਤੇ, ਜਿਹਦੇ ਵਿੱਚ 2 ਬੇਟੇ और 1 बेटी। बेटिया ਦੇ ਨਾਮ, ਇੱਕ ਦਾ ਨਾਮ ਸੁਫਿਆਨ ਜਿਹੜਾ ਸ਼ਾਦੀशुदा ਆ, ਦੂਸਰਾ ਇੱਕ ਬੇਟਾ ਮਹਿਰਾਨ ਜਿਹਦੀ ਹਜੇ ਸ਼ਾਦੀ ਕਰਨੀ ਆ, ਇੱਕ ਬੇਟੀ ਜਿਹਦਾ ਨਾਮ ਆ ਸਬਾ ਦੀ ਸ਼ਾਦੀ ਜਦੋਂ ਜਵਾਨ ਹੋਈ ਉਦੋਂ ਕਰ ਦਿੱਤੀ ਜਾਂਦੀ ਹੈ ਇੱਕ ਮੁਦੱਸਰ ਨਾਮੀ ਆਦਮੀ ਦੇ ਨਾਲ। ਅੱਜ ਤੋਂ 16 ਸਾਲ ਪਹਿਲਾਂ ਇਸ ਮੁਦੱਸਰ ਨਾਮੀ ਆਦਮੀ ਦੇ ਨਾਲ ਇਹਦੀ ਸ਼ਾਦੀ ਜਿਸ ਵੇਲੇ ਕਰ ਦਿੱਤੀ ਗਈ, ਇਹ ਆਪਣੇ ਸਸੁਰਾਲ ਚਲੇ ਜਾਂਦੀ ਆ। ਸ਼ੁਰੂ ਦੇ ਦਿਨ ਤਾਂ ਇਹਦੇ ਬੜੇ ਅੱਛੇ ਗੁਜ਼ਰੇ, ਯਾਨੀ ਸ਼ਾਦੀ ਦੇ ਕੋਈ 4-5 ਸਾਲ ਕਹਿ ਲਓ ਬਹੁਤ ਅੱਛੇ ਗੁਜ਼ਰੇ, ਕਿਸੇ ਕਿਸਮ ਦਾ ਕੋਈ ਮਸਲਾ ਨਹੀਂ ਸੀ ਹੈਗਾ। ਸ਼ਾਦੀ ਤੋਂ ਬਾਅਦ ਸਬਾ ਔਰ ਮੁਦੱਸਰ ਨੂੰ ਅੱਲਾਹ ਤਾਲਾ ਨੇ 2 ਬੱਚੇ ਦਿੱਤੇ, ਜਿਹਦੇ ਵਿੱਚ ਸਭ ਤੋਂ ਬੜਾ ਬੇਟਾ ਜਿਹਦਾ ਨਾਮ ਅਬਦੁੱਲਾ ਰੱਖਿਆ ਗਿਆ। ਉਸ ਤੋਂ ਬਾਅਦ ਦੂਸਰੇ ਨੰਬਰ ਤੇ ਬੇਟੀ ਜਿਹਦਾ ਨਾਮ ईशा रखा गया। इस वक्त अब्दुल्ला की उम्र 10-11 साल और ईशा की उम्र को 8 साल दसी जा रही है। अल्लाह ताला की करनी ऐसी हुई कि ये जड़ा मुदस्सर नामी शख्स आ सभा दे घर वाला है, गलत सोबत दे विच बैठ के, गलत बंदियां दे विच बैठ के गलत राह ते चल पैंदा और शराब नोशी करनी शुरू कर दिंदा। तुन के शराब पींदा आ, ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੰਨ ਹੋ ਕੇ ਤੇ ਉਹ ਹਵਾਸ ਜਿਹੜੇ ਆ ਖੋ ਬੈਠਦਾ ਆ। ਇਸੇ ਤਰ੍ਹਾਂ ਇਹਦੇ ਨਾਲ ਇਹ ਵਾਕਿਆ ਹੋ ਜਾਂਦਾ ਕਿ ਇਹ ਸ਼ਰਾਬ ਜਿਸ ਵੇਲੇ ਬਹੁਤ ਜ਼ਿਆਦਾ ਪੀਣੀ ਸ਼ੁਰੂ ਕਰ ਦਿੰਦਾ, ਘਰ ਲੜਾਈ ਝਗੜੇ ਦੰਗਾ ਫਸਾਦ। ਇਹਦੀ ਬੇਗਮ ਜਿਹੜੀ ਆ ਸ਼ੁਰੂ ਦੇ ਵਿੱਚ ਤਾਂ ਇਹਨੂੰ ਬੜੇ ਤਰੀਕੇ ਨਾਲ ਪਿਆਰ ਨਾਲ ਮਨਾਦੀ ਆ ਕਿ ਤੂੰ ਸ਼ਰਾਬ ਛੱਡ ਦੇ, ਸ਼ਰਾਬ ਦਾ ਨਸ਼ਾ ਅੱਛਾ ਨਹੀਂ। ਜਦੋਂ ਵੀ ਇਹਦੀ ਬੇਗਮ ਮਿੰਨਤਾਂ ਤਰਲੇ ਪਿਆਰ ਮੁਹੱਬਤ ਸਾਰੇ ਤਰੀਕੇ ਅਖਤਿਆਰ ਕਰਦੀ ਆ, ਉਹਨੂੰ ਸਮਝਾਉਂਦੀ, ਤੇ ਉਸੇ ਟਾਈਮ ਉਹ ਕਹਿੰਦਾ ਕਿ ਬਸ ਅੱਜ ਆਖਰੀ ਦਫਾ ਮੈਂ ਪੀ ਲਈ ਆ, ਇਸ ਤੋਂ ਬਾਅਦ ਮੈਂ ਸ਼ਰਾਬ ਨਹੀਂ ਪੀਆਂਗਾ, ਮੇਰੇ ਕੋਲੋਂ ਗਲਤੀ ਹੋ ਗਈ ਆ। ਦੂਸਰੇ ਦਿਨ ਫਿਰ ਸ਼ਰਾਬ ਜਿਹੜੀ ਆ ਤੁੰਦਾ ਤੇ ਪੀ ਕੇ ਤੇ ਫਿਰ ਅਬਾ ਤਬਾ ਬੋਲਣਾ ਸ਼ੁਰੂ ਕਰ ਦਿੰਦਾ। ਇਸ ਵਜ੍ਹਾ ਤੋਂ ਸਭਾ ਜਿਹੜੀ ਆ ਬਹੁਤ ਤੰਗ ਆ ਗਈ ਸੀ। ਉਸ ਤੋਂ ਬਾਅਦ ਜਿੱਥੇ ਇਹ ਕੰਮ ਕਰਦਾ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹ ਸ਼ਰਾਬੀ ਆ, ਇਸ ਤਰ੍ਹਾਂ ਕਰਕੇ ਉਹ ਵੀ ਇਹਨੂੰ ਨੌਕਰੀ ਤੋਂ ਕੱਢ ਦਿੰਦੇ ਨੇ। ਹੁਣ ਇਹ ਇਸ ਤਰ੍ਹਾਂ ਸੀ ਕਿ ਇਹਨੂੰ ਚਾਹੀਦਾ ਸੀ ਕਿ ਕਿਤੇ ਜਾ ਕੇ ਨੌਕਰੀ ਲੱਭ ਲੈਂਦਾ, ਲੇਕਿਨ ਇਹ ਨੌਕਰੀ ਵੀ ਨਾ ਲੱਭੀ ਔਰ ਸ਼ਰਾਬ ਦੇ ਨਸ਼ੇ ਦੇ ਵਿੱਚ ਸਾਰਾ ਦਿਨ ਧੁੱਤ ਰਹਿੰਦਾ ਸੀ, ਪੀ ਕੇ ਟੁੰਨ ਰਹਿੰਦਾ ਸੀ। ਉਸ ਤੋਂ ਬਾਅਦ ਜਦੋਂ ਇਹਨੂੰ ਸ਼ਰਾਬ ਵਾਸਤੇ ਪੈਸੇ ਨਹੀਂ ਸੀ ਲੱਭਦੇ, ਪਹਿਲਾਂ ਤਾਂ ਨੌਕਰੀ ਕਰਦਾ ਸੀ, ਆਪਣੀ ਸ਼ਰਾਬ ਵੀ ਲੈ ਲੈਂਦਾ ਸੀ, ਫਿਰ ਆਪਣੀ ਬੀਵੀ ਨੂੰ ਤੰਗ ਕਰਦਾ ਸੀ। ਉਹਦੀ ਬੀਵੀ ਜਿਹੜੇ ਪੈਸੇ ਆਪਣੇ ਭਰਾਵਾਂ ਕੋਲ ਲੈ ਕੇ ਆਂਦੀ ਸੀ ਖਰਚੇ ਵਾਸਤੇ, ਉਹਦੇ ਵਿੱਚੋਂ ਵੀ ਉਹ ਪੈਸੇ ਖਿੱਚ ਲੈਂਦਾ ਸੀ, ਖੋ ਲੈਂਦਾ ਸੀ। ਇਸ ਤਰ੍ਹਾਂ ਇਹਨਾਂ ਦੇ ਦਰਮਿਆਨ ਲੜਾਈ ਝਗੜਾ ਚੱਲਦਾ ਰਹਿੰਦਾ ਸੀ। ਇੱਕ ਦਿਨ ਸਭਾ ਉਹਨੂੰ ਕਹਿੰਦੀ ਆ ਕਿ ਤੂੰ ਜਾਣ ਦੇ, ਇਹ ਕੰਮ ਠੀਕ ਹੀ ਨਹੀਂ ਹੈਗਾ, ਤੂੰ ਜਿਹੜੇ ਪੈਸੇ ਮੇਰੇ ਭਰਾ ਦਿੰਦੇ ਨੇ ਉਹ ਵੀ ਖੋ ਲੈਣਾ ਔਰ ਮੈਂ ਘਰ ਕਿੱਦਾਂ ਚਲਾਵਾਂ, ਬੱਚੇ ਵੀ ਜਿਹੜੇ ਆ ਜਵਾਨ ਹੋ ਰਹੇ ਨੇ। ਖੈਰ ਇਹ ਉਹਨੂੰ ਬਹੁਤ ਮਾਰਦਾ ਕੁੱਟਦਾ। ਸਭਾ ਜਿਹੜੀ ਆ ਆਪਣੇ ਭਰਾਵਾਂ ਨੂੰ ਫੋਨ ਕਰਦੀ ਆ ਔਰ ਉਹਦੇ ਭਰਾ ਜਿਹੜੇ ਆ ਜਾਂਦੇ ਨੇ ਔਰ ਉਹਦੇ ਭਰਾ ਸੁਫਿਆਨ ਔਰ ਮਹਿਰਾਨ ਆਂਦੇ ਨੇ ਆ ਕੇ ਤੇ ਉਹਨੂੰ ਸਮਝਾਉਂਦੇ ਨੇ। ਉਸ ਵੇਲੇ ਤਾਂ ਇਹ ਮੰਨ ਜਾਂਦਾ, ਕਹਿੰਦਾ ਕਿ ਭਾਈ ਜੀ ਤੁਸੀਂ ਬੜੀ ਮਿਹਰਬਾਨੀ ਮੈਨੂੰ ਆ ਕੇ ਸਮਝਾਇਆ, ਅੱਜ ਤੋਂ ਬਾਅਦ ਮੈਂ ਵਾਅਦਾ ਕਰਦਾ, ਬੱਚਿਆਂ ਦੀ ਕਸਮ ਖਾਨਾ ਕਿ ਅੱਜ ਤੋਂ ਬਾਅਦ ਮੈਂ ਸ਼ਰਾਬ ਨਹੀਂ ਪੀਵਾਂਗਾ। ਉਸ ਤੋਂ ਬਾਅਦ ਇਹ ਭਰਾ ਚਲ ਜਾਂਦੇ ਨੇ। ਇੱਕ ਰਾਤ ਤੇ ਇੱਕ ਦਿਨ ਗੁਜ਼ਰਦਾ, ਦੂਸਰੇ ਦਿਨ ਫਿਰ ਇਹ ਤੁੰਨ ਹੋ ਜਾਂਦਾ ਔਰ ਸ਼ਰਾਬ ਤੁੰਨ ਕੇ ਪੀਂਦਾ, ਫਿਰ ਨਸ਼ੇ ਦੇ ਵਿੱਚ ਪੈਸੇ ਵੀ ਮੰਗਦਾ। ਉਹਦੀ ਜਿਹੜੀ ਬੀਵੀ ਆ ਪੈਸੇ ਨਹੀਂ ਦਿੰਦੀ ਹੈਗੀ, ਉਹਨੂੰ ਫਿਰ ਮਾਰਦਾ ਕੁੱਟਦਾ। ਜਿਸ ਵੇਲੇ ਦਿਨ ਚੜ ਜਾਂਦਾ ਇਹ ਨਿਕਲਦੀ ਆ ਆਪਣੇ ਬੱਚਿਆਂ ਨੂੰ ਲੈ ਕੇ, ਤਿਆਰੀ ਕਰਦੀ ਆ, ਕੱਪੜੇ ਕੁਪੜੇ ਚੁੱਕਦੀ ਆ, ਉਧਰੋਂ ਇਹ ਵੀ ਆ ਜਾਂਦਾ। ਉਹ ਆ ਕੇ ਕਹਿੰਦਾ ਕਿ ਕੀ ਹੋ ਰਿਹਾ, ਕੀ ਕਰ ਰਹੀ ਆ? ਇਹ ਕਹਿੰਦੀ ਕਿ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਪੇਕਿਆਂ ਦੇ ਜਾ ਰਹੀ ਆ। ਇਹ ਜਿਸ ਵੇਲੇ ਨਿਕਲਣ ਲੱਗਦੀ ਆ
ਇਹਨੇ ਆਪਣੇ ਬੇਟੇ ਅਬਦੁੱਲਾ ਦਾ ਬਾਜ਼ੂ ਪਕੜਿਆ ਕਿ ਤੂੰ ਇਹਨੂੰ ਨਹੀਂ ਲਿਜਾ ਸਕਦੀ। ਅਬਦੁੱਲਾ ਨੇ ਪੁੱਛਿਆ, ਹਾਂ ਬਈ ਤੂੰ ਮਾਂ ਨੇ ਕਿ ਤੂੰ ਮੇਰੇ ਨਾਲ ਜਾਣਾ ਜਾਂ ਪਿਓ ਕੋਲ ਰਹਿਣਾ? ਅਬਦੁੱਲਾ ਕਹਿਣ ਲੱਗਾ ਕਿ ਮੈਂ ਪਿਓ ਕੋਲ ਰਹਿਣਾ, ਮੈਂ ਤੇਰੇ ਨਾਲ ਨਹੀਂ ਜਾਣਾ। ਉਹ ਆਪਣੇ ਬੇਟੇ ਅਬਦੁੱਲਾ ਨੂੰ ਛੱਡ ਜਾਂਦੀ ਆ, ਛੱਡ ਕੇ ਤੇ ਬੱਚੀ ਨੂੰ ਲੈਂਦੀ ਆ ਆਪਣੇ ਪੇਕਿਆਂ ਦੇ ਚਲੇ ਜਾਂਦੀ ਆ। ਉਸ ਤੋਂ ਬਾਅਦ ਥੋੜ੍ਹੇ ਜਿਹੇ ਦਿਨ ਬਾਅਦ ਫਿਰ ਇਹ ਜਿਹੜਾ ਆਪਣੇ ਬੇਟੇ ਅਬਦੁੱਲਾ ਨੂੰ ਲੈ ਕੇ ਆਂਦਾ ਔਰ ਮਾਂ ਦੇ ਕੋਲ ਪਹੁੰਚਦੇ ਆ ਕੇ ਬੇਟਾ ਅਬਦੁੱਲਾ ਕਹਿੰਦਾ ਮਾਂ ਚੱਲ ਚੱਲੀਏ ਘਰ, ਔਰ ਮੁਦੱਸਰ ਵੀ ਕੋਸ਼ਿਸ਼ ਕਰਦਾ ਉਹਨੂੰ ਮਨਾਉਣ ਦੀ, ਮਾਂ ਨਹੀਂ ਮੰਨਦੀ ਹੈਗੀ। ਪੁੱਤਰ ਜਿਹੜਾ ਕਦੀ ਮਾਂ ਦੇ ਮੂੰਹ ਵੱਲ ਦੇਖਦਾ, ਕਦੀ ਪਿਓ ਦੇ ਮੂੰਹ ਵੱਲ ਦੇਖਦਾ, ਤੇ ਮਾਂ ਨੂੰ ਕਹਿੰਦਾ ਮਾਂ ਚੱਲ ਤੂੰ ਮੰਨ ਜਾ, ਹੁਣ ਅੱਬਾ ਮਨਾ ਰਿਹਾ ਤੇ ਚੱਲ ਘਰ ਚਲੀਏ। ਮਾਂ ਅੱਗੋਂ ਕਹਿਣ ਲੱਗੀ ਕਿ ਪੁੱਤਰ ਇਹ ਤੇਰਾ ਪਿਓ ਜਿਹੜਾ ਇਹ ਕਦੀ ਵੀ ਨਹੀਂ ਸੁਧਰ ਸਕਦਾ, ਜਦੋਂ ਮੈਂ ਘਰ ਗਈ ਤੇ ਇਹਨੇ ਫਿਰ ਮੈਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦੇਣਾ, ਮੈਂ ਨਹੀਂ ਜਾਣਾ। ਆਖਰਕਾਰ ਉਹ ਮੁਦੱਸਰ ਤੇ ਪੁੱਤਰ ਦੋਨੋਂ ਚਲੇ ਜਾਂਦੇ ਨੇ ਵਾਪਸ। ਉਸ ਤੋਂ ਬਾਅਦ ਮੁਦੱਸਰ ਚੰਦ ਜਿਹੜੇ ਕੋਈ ਰਿਸ਼ਤੇਦਾਰ ਹੁੰਦੇ ਨੇ ਤਗੜੇ, ਉਹਨਾਂ ਨੂੰ ਕਹਿੰਦਾ ਕਿ ਮੇਰੀ ਸੁਲ੍ਹਾ ਕਰਾਓ ਔਰ ਸਭਾ ਨੂੰ ਮਨਵਾਓ। ਖੈਰ ਸਭਾ ਜਿਹੜੀ ਆ ਨਹੀਂ ਮੰਨਦੀ, ਉਹਨੇ ਰਿਸ਼ਤੇਦਾਰ ਵੀ ਵਿੱਚ ਪਾਏ, ਕੋਈ ਚੌਧਰੀ ਟਾਈਪ ਬੰਦੇ ਵੀ ਪਾਏ, ਸਭਾ ਨਹੀਂ ਮੰਨਦੀ। ਉਸ ਤੋਂ ਬਾਅਦ 10 ਮਈ ਨੂੰ ਇਹ ਫਿਰ ਫੈਸਲਾ ਕਰ ਲੈਂਦਾ ਕਿ ਮੈਂ ਅੱਜ ਇਹਦਾ ਖਾਨਦਾਨ ਹੀ ਤਬਾਹ ਕਰ ਦੇਣਾ, ਕਿਉਂਕਿ ਮੈਨੂੰ ਲੱਗਦਾ ਇਹਦੇ ਜਿਹੜੇ ਭਰਾ ਨੇ ਉਹ ਇਹਨੂੰ ਮੰਨਣ ਨਹੀਂ ਦਿੰਦੇ ਹੈਗੇ। ਹਾਲਾਂਕਿ ਸਭਾ ਐਡੀ ਸਖਤ ਤਬੀਅਤ ਨਹੀਂ ਸੀ, ਮੈਂ ਜਦੋਂ ਵੀ ਮਨਾਉਂਦਾ ਸੀ ਉਹ ਮੰਨ ਜਾਂਦੀ ਸੀ। ਇਹ 10 ਮਈ ਨੂੰ ਆਪਣੇ ਬੇਟੇ ਅਬਦੁੱਲਾ ਨੂੰ ਲੈਂਦਾ ਔਰ ਪਿਸਟਲ ਆਪਣੇ ਨਾਲ ਲਾਂਦਾ ਤੇ ਨਿਕਲ ਪੈਂਦਾ, ਸਹੁਰਿਆਂ ਦੇ ਘਰ ਸਸੁਰਾਲ ਪਹੁੰਚ ਜਾਂਦਾ। ਪਹੁੰਚ ਕੇ ਆਪਣੀ ਬੀਵੀ ਨੂੰ ਕਹਿੰਦਾ ਕਿ ਹਾਂ ਵੀ ਸਭਾ, ਜਿਹਦਾ ਨਾਮ ਮੁਸਰਤ ਵੀ ਦੱਸਿਆ ਜਾ ਰਿਹਾ ਕਿ ਮੁਸਰਤ ਸਭਾ, ਸਭਾ ਤੂੰ ਜਾਣਾ ਜਾਂ ਨਹੀਂ ਜਾਣਾ? ਸਭਾ ਕਹਿੰਦੀ ਕਿ ਮੈਂ ਨਹੀਂ ਜਾਣਾ ਹੈਗਾ। ਉਸ ਟਾਈਮ ਉਹਦਾ ਭਰਾ ਸਭਾ ਦਾ ਜਿਹੜਾ ਸੁਫਿਆਨ ਆ ਸ਼ਾਦੀशुदा, ਉਹ ਕੋਲ ਬੈਠਾ ਹੁੰਦਾ। ਇਹ ਫਿਰ ਸਭਾ ਨੂੰ ਦੱਸਣੇ ਵਾਸਤੇ ਕਿ ਤੇਰਾ ਆਖਰੀ ਫੈਸਲਾ ਇਹ ਆ ਤੇ ਮੇਰਾ ਫੈਸਲਾ ਵੀ ਸੁਣ ਲਾ। ਬਸ ਫਿਰ ਠਾ ਗੋਲੀ ਮਾਰ ਦਿੰਦਾ ਸੁਫਿਆਨ ਨੂੰ। ਸੁਫਿਆਨ ਮੌਕੇ ਤੇ ਗਿਰ ਜਾਂਦਾ। ਜਦੋਂ ਮੌਕੇ ਤੇ ਗਿਰ ਜਾਂਦਾ ਇਹ ਆਪਣੇ ਭਰਾ ਦੇ ਨਾਲ ਲਿਪਟਦੀ ਆ, ਅੰਦਰੋਂ ਮਾਂ ਦੌੜਦੀ ਆ ਕੇ ਤੇ ਕਹਿੰਦੀ ਇਹ ਕੀ ਹੋ ਗਿਆ, ਇਹ ਕੀ ਹੋ ਗਿਆ। ਜਿਸ ਵੇਲੇ ਮਾਂ ਨਿਕਲਦੀ ਅੰਦਰੋਂ ਦੂਸਰੇ ਕਮਰੇ ਚੋਂ, ਮਾਂ ਨੂੰ ਵੀ ਗੋਲੀ ਮਾਰ ਦਿੰਦਾ, ਫਾਹਮੀ ਦਾ ਜਿਹਦਾ ਨਾਮ ਹੁੰਦਾ। ਉਸ ਤੋਂ ਬਾਅਦ ਹੁਣ ਬੀਵੀ ਨੂੰ ਸਭਾ ਨੂੰ ਪਤਾ ਲੱਗ ਗਿਆ ਕਿ ਇਹਨੇ ਮੈਨੂੰ ਵੀ ਮਾਰ ਦੇਣਾ। ਸਭਾ ਦੌੜਦੀ ਆ ਅੰਦਰ ਨੂੰ, ਜਾ ਕੇ ਦਰਵਾਜ਼ਾ ਬੰਦ ਕਰਨ ਲੱਗਦੀ ਆ। ਪਿੱਛੋਂ ਇਹ ਪਹੁੰਚ ਜਾਂਦਾ, ਫਟਾਫਟ ਦਰਵਾਜ਼ਾ ਬੰਦ ਨਹੀਂ ਕਰ ਦਿੰਦਾ ਔਰ ਸਭਾ ਨੂੰ ਕਹਿੰਦਾ ਕਿ ਹਾਂ ਹੁਣ ਦੱਸ ਸਭਾ, ਮੈਂ ਤੈਨੂੰ ਕਿਹਾ ਸੀ ਨਾ ਕਿ ਤੇਰਾ ਆਖਰੀ ਜਿਹੜਾ ਫੈਸਲਾ ਹੈ ਗਲਤ ਆ ਤੇ ਮੇਰਾ ਵੀ ਹੁਣ ਇਹੀ ਆਖਰੀ ਫੈਸਲਾ। ਸਭਾ ਮਾਫੀਆ ਮੰਗਦੀ ਆ ਕਿ ਅੱਲਾ ਦਾ ਵਾਸਤਾ ਮੈਨੂੰ ਨਾ ਮਾਰ, ਨਾ ਮਾਰ, ਤੂੰ ਇਹ ਕੀ ਕੀਤਾ, ਬਹੁਤ ਬੜਾ ਜ਼ੁਲਮ ਕੀਤਾ। ਬਸ ਫਿਰ ਠਾ ਫਾਇਰ ਸਭਾ ਨੂੰ ਮਾਰ ਦਿੰਦਾ। ਉਸ ਤੋਂ ਬਾਅਦ ਫਿਰ ਇੱਕ ਜਿਹੜੀ ਉਹਦੀ 8 ਸਾਲਾ ਬੇਟੀ ਹੁੰਦੀ ਆ, ਉਹਨੂੰ ਲੱਭਣਾ ਸ਼ੁਰੂ ਕਰ ਦਿੰਦਾ ਕਿ ਮੈਂ ਉਹਨੂੰ ਵੀ ਮਾਰ ਦੇਣਾ, ਕਿਉਂਕਿ ਉਹ ਆਪਣੀ ਮਾਂ ਦੇ ਨਾਲ ਆਈ ਸੀ। ਲੇਕਿਨ ਕੁਦਰਤੀ ਗੱਲ ਆ ਕਿ ਉਹ ਲੜਕੀ ਜਿਹੜੀ ਘਰ ਨਹੀਂ ਸੀ ਹੈਗੀ, ਘਰੋਂ ਬਾਹਰ ਸੀ। ਇਸ ਤਰ੍ਹਾਂ ਉਹ ਲੜਕੀ ਜਿਹੜੀ ਆ ਬਚ ਗਈ। ਉਸ ਤੋਂ ਬਾਅਦ ਇਹ ਆਪਣੇ ਬੇਟੇ ਅਬਦੁੱਲਾ ਨੂੰ ਲੈਂਦਾ ਤੇ ਘਰੋਂ ਫਰਾਰ ਹੋ ਜਾਂਦਾ। ਫਿਰ 15 ਤੇ ਕਾਲ ਹੁੰਦੀ ਆ, ਪੁਲਿਸ ਜਿਹੜੀ ਆ ਮੌਕੇ ਤੇ ਆ ਜਾਂਦੀ ਆ ਔਰ ਫਿਰ ਪੁਲਿਸ ਜਿਹੜੀ ਆ ਮੌਕੇ ਤੇ ਆ ਕੇ ਤਹਿਕੀਕਾਤ ਦਾ ਆਗਾਜ਼ ਕਰਦੀ ਆ ਔਰ ਉਹਨਾਂ ਦੀਆਂ ਲਾਸ਼ਾਂ ਨੂੰ ਚੁੱਕਦੀ ਆ। ਪੋਸਟਮਾਰਟਮ ਵਾਸਤੇ ਹਸਪਤਾਲ ਪਹੁੰਚਾਇਆ ਜਾਂਦਾ। ਥਾਣਾ ਫਲੋਰਾ ਦੀ ਪੁਲਿਸ ਜਿਹੜੀ ਆ ਫਿਰ ਇੱਕ 302 ਦਾ ਮੁਕੱਦਮਾ ਜਿਹੜਾ ਮਹਿਰਾਨ ਆ ਸਭਾ ਦਾ ਭਰਾ, ਉਹਦੀ ਮੁਦਈਅਤ ਦੇ ਵਿੱਚ ਮੁਦੱਸਰ ਦੇ ਖਿਲਾਫ ਦਰਜ ਕੀਤਾ ਜਾਂਦਾ। ਪੁਲਿਸ ਹੁਣ ਇਸ ਕੇਸ ਦੇ ਪਿੱਛੇ ਲੱਗੀ ਹੋਈ ਆ, ਲੇਕਿਨ ਮੁਲਜ਼ਮ ਜਿਹੜਾ ਹਜੇ ਤੱਕ ਗ੍ਰਿਫਤਾਰ ਨਹੀਂ ਹੋਇਆ। ਇਹ ਇੱਕ ਦਿਲਖਰਾਸ਼ ਵਾਕਿਆ ਸੀ ਕਿ ਸ਼ਰਾਬ ਦਾ ਨਸ਼ਾ ਜਿਹੜਾ ਬਹੁਤ ਬੁਰਾ ਆ। ਖੈਰ ਨਸ਼ਾ ਜਿਹੜਾ ਵੀ ਆ, ਸਾਰਾ ਹੀ ਨਸ਼ਾ ਜਿਹੜਾ ਗਲਤ ਆ, ਕਿਉਂਕਿ ਨਸ਼ਾ ਜਿਹੜਾ ਦਿਮਾਗ ਨੂੰ ਮੌਫ ਖਤਮ ਕਰ ਦਿੰਦਾ, ਦਿਮਾਗ ਦੇ ਉੱਤੇ ਕੰਟਰੋਲ ਕਰ ਲੈਂਦਾ। ਇਸ ਤਰ੍ਹਾਂ ਇਸ ਇੱਕ ਨਸ਼ੇ ਦੀ ਵਜ੍ਹਾ ਦੇ ਨਾਲ ਪੂਰਾ ਖਾਨਦਾਨ ਹੀ ਤਬਾਹ ਬਰਬਾਦ ਹੋ ਗਿਆ। ਇਸ ਬਾਰੇ ਦੇ ਵਿੱਚ ਤੁਸੀਂ ਆਪਣੇ ਖਿਆਲਾਂ ਦਾ ਇਜ਼ਹਾਰ ਜ਼ਰੂਰ ਕਰਨਾ। ਅਗਰ ਇਹ ਵੀਡੀਓ ਤੁਸੀਂ YouTube ਚੈਨਲ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ। ਅਗਰ ਇਹ ਵੀਡੀਓ Facebook ਪੇਜ ਤੇ ਦੇਖ ਰਹੇ ਹੋ ਤਾਂ Facebook ਪੇਜ ਨੂੰ ਫਾਲੋ ਜ਼ਰੂਰ ਕਰ ਲੈਣਾ। ਅੱਲਾਹ ਤਾਲਾ ਸਭ ਤੇ ਰਹਿਮਤਾਂ ਫਰਮਾਏ। अस्सलामु अलैकुम व रहमतुल्लाहि व बरकातहू।